ਆਓ ਅੱਜ ਦੇ ਇਸ ਵਿਸ਼ਲੇਸ਼ਣ ਵਿੱਚ ਇੱਕ ਬਹੁਤ ਹੀ ਦਿਲਚਸਪ ਸਫ਼ਰ ਤੇ ਚੱਲੀਏ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਾਚੀਨ ਪੂਰਵੀ ਫਲਸਫੇ ਨੇ ਇੱਕ ਅਜਿਹੇ ਬ੍ਰਹਿਮੰਡ ਦਾ ਸਾਹਮਣਾ ਕਿਵੇਂ ਕੀਤਾ ਜਿੱਥੇ ਰੱਬ ਚੁੱਪ ਸੀ, ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦਾ ਜਵਾਬ ਆਖਿਰਕਾਰ ਮਨੁੱਖਤਾ ਦੇ ਅੰਦਰ ਹੀ ਲੱਭਿਆ ਗਿਆ। ਤਾਂ ਸਭ ਤੋਂ ਪਹਿਲਾਂ ਆਓ ਉਸ ਵੱਡੇ ਅਤੇ ਥੋੜੇ ਭੜਕਾਊ ਸਵਾਲ ਤੇ ਗੌਰ ਕਰੀਏ ਜਿਸਨੇ ਪ੍ਰਾਚੀਨ ਚੀਨੀ ਚਿੰਤਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਸਵਾਲ ਇਹ ਸੀ, ਜੇ ਰੱਬ ਚੁੱਪ ਹੈ ਤਾਂ ਸਹੀ ਅਤੇ ਗਲਤ ਦਾ ਫੈਸਲਾ ਕੌਣ ਕਰੇਗਾ? ਨੈਤਿਕਤਾ ਆਏਗੀ ਕਿੱਥੋਂ? ਦੇਖੋ, ਅੱਜ ਤੋਂ ਲਗਭਗ 3000 ਸਾਲ ਪਹਿਲਾਂ ਸਵਰਗ ਦੀ ਧਾਰਨਾ ਇੱਕ ਬ੍ਰਹਮ ਸਰਵਸ਼ਕਤੀਮਾਨ ਰੱਬ ਦੀ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪੱਛਮੀ ਦੁਨੀਆ ਵਿੱਚ ਇੱਕ ਸਿਰਜਣਹਾਰ ਰੱਬ ਨੂੰ ਮੰਨਿਆ ਜਾਂਦਾ ਹੈ ਜਿਸ ਨੇ ਪੂਰੀ ਮਨੁੱਖਤਾ ਲਈ ਨਿਯਮ ਬਣਾਏ ਸਨ। ਪਰ ਇਸ ਪੂਰੀ ਵਿਸ਼ਵਾਸ ਪ੍ਰਣਾਲੀ ਵਿੱਚ ਇੱਕ ਬਹੁਤ ਵੱਡੀ ਬੁਨਿਆਦੀ ਸਮੱਸਿਆ ਸੀ। ਜਿਵੇਂ ਕਿ ਇੱਕ ਪੁਰਾਣੀ ਕਹਾਵਤ ਹੈ, ਸਵਰਗ ਬੋਲਦਾ ਨਹੀਂ ਹੈ, ਮਤਲਬ ਇਹ ਸਰਵਸ਼ਕਤੀਮਾਨ ਦੇਵਤਾ ਪੂਰੀ ਤਰ੍ਹਾਂ ਖਾਮੋਸ਼ ਸੀ। ਇਸ ਇੱਕ ਚੁੱਪ ਨੇ ਅਧਿਕਾਰ ਦਾ ਇੱਕ ਐਸਾ ਖਤਰਨਾਕ ਖਲਾ ਪੈਦਾ ਕਰ ਦਿੱਤਾ ਜਿਸ ਦੇ ਨਤੀਜੇ ਬਹੁਤ ਭਿਆਨਕ ਨਿਕਲਣ ਵਾਲੇ ਸਨ। ਤਾਂ ਫਿਰ ਜਦੋਂ ਰੱਬ ਚੁੱਪ ਹੋ ਜਾਵੇ ਤਾਂ ਕੀ ਹੁੰਦਾ ਹੈ? ਇਸ ਦਾ ਇਤਿਹਾਸਿਕ ਨਤੀਜਾ ਕੀ ਨਿਕਲਿਆ? ਚਲੋ ਇਸ ਨੂੰ ਸਮਝਣ ਲਈ ਸ਼ਾਂਗ ਰਾਜਵੰਸ਼ ਦੀ ਮਿਸਾਲ ਲੈਂਦੇ ਹਾਂ, ਜੋ ਨੈਤਿਕ ਪਤਨ ਦੀ ਇੱਕ ਜਿਉਂਦੀ ਜਾਗਦੀ ਕਹਾਣੀ ਹੈ। ਦੇਖੋ, ਸ਼ਾਂਗ ਰਾਜਵੰਸ਼ ਦਾ ਪਤਨ ਇੱਕ ਦਿਨ ਵਿੱਚ ਨਹੀਂ ਹੋਇਆ, ਇਹ ਹੌਲੀ-ਹੌਲੀ ਹੋਇਆ। ਸ਼ੁਰੂਆਤ ਉਦੋਂ ਹੋਈ ਜਦੋਂ ਪੁਜਾਰੀਆਂ ਨੇ ਆਪਣੇ ਰਾਜਨੀਤਿਕ ਫਾਇਦੇ ਲਈ ਸਵਰਗ ਦੀ ਇੱਛਾ ਬਾਰੇ ਝੂਠ ਬੋਲਣਾ ਸ਼ੁਰੂ ਕਰ ਦਿੱਤਾ। ਫਿਰ ਰਾਜੇ ਨੇ ਇਨ੍ਹਾਂ ਝੂਠੀਆਂ ਭਵਿਸ਼ਬਾਣੀਆਂ ਤੇ ਯਕੀਨ ਕਰਕੇ ਇੱਕ ਵੱਡੀ ਜੰਗ ਹਾਰ ਦਿੱਤੀ। ਇਸ ਹਾਰ ਤੋਂ ਬਾਅਦ ਸਵਰਗ ਨੂੰ ਪੁੱਛਣ ਦੀ ਪੂਰੀ ਪ੍ਰਣਾਲੀ ਹੀ ਬੇਕਾਰ ਅਤੇ ਭ੍ਰਿਸ਼ਟ ਹੋ ਗਈ, ਤੇ ਅੰਤ ਵਿੱਚ ਜਦੋਂ ਕੋਈ ਨੈਤਿਕ ਮਾਰਗਦਰਸ਼ਨ ਹੀ ਨਹੀਂ ਬਚਿਆ ਤਾਂ ਪੂਰਾ ਰਾਜ ਐਸ਼ੋ-ਆਰਾਮ ਅਤੇ ਵਿਭਿਚਾਰ ਦੇ ਹਨੇਰੇ ਵਿੱਚ ਡੁੱਬ ਗਿਆ। ਤੁਸੀਂ ਇਸ ਨੈਤਿਕ ਗਿਰਾਵਟ ਦੀ ਡੂੰਘਾਈ ਦਾ ਅੰਦਾਜ਼ਾ ਜੁਜੂਕਲਿਮ ਸ਼ਬਦ ਤੋਂ ਲਗਾ ਸਕਦੇ ਹੋ। ਇਸ ਦਾ ਮਤਲਬ ਹੈ ਸ਼ਰਾਬ ਦਾ ਤਾਲਾਬ ਅਤੇ ਮਾਂਸ ਦਾ ਜੰਗਲ। ਇਹ ਸ਼ਬਦ ਉਸ ਬੇਅੰਤ ਐਸ਼ੋ-ਆਰਾਮ ਅਤੇ ਭ੍ਰਿਸ਼ਟਾਚਾਰ ਦਾ ਪ੍ਰਤੀਕ ਬਣ ਗਿਆ ਜਿਸ ਨੇ ਆਖਿਰਕਾਰ ਇੱਕ ਪੂਰੇ ਰਾਜਵੰਸ਼ ਨੂੰ ਤਬਾਹ ਕਰ ਦਿੱਤਾ। ਪਰ ਫਿਰ ਇੱਕ ਮੋੜ ਆਇਆ, ਇੱਕ ਕ੍ਰਾਂਤੀ। ਇਹ ਛੂ ਰਾਜਵੰਸ਼ ਦੀ ਕ੍ਰਾਂਤੀ ਸੀ, ਅਤੇ ਇਹ ਸਿਰਫ ਇੱਕ ਰਾਜਨੀਤਿਕ ਬਦਲਾਅ ਨਹੀਂ ਸੀ, ਇਹ ਇੱਕ ਡੂੰਘਾ ਦਾਰਸ਼ਨਿਕ ਬਦਲਾਅ ਸੀ ਜਿਸ ਨੇ ਨੈਤਿਕਤਾ ਦੇ ਪੂਰੇ ਵਿਚਾਰ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰਨ ਲਈ ਮਜਬੂਰ ਕਰ ਦਿੱਤਾ। ਨਵੇਂ ਚੋ ਸ਼ਾਸਕਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਸੀ। ਸੋਚਣ ਵਾਲੀ ਗੱਲ ਇਹ ਸੀ, ਇੱਕ ਰੱਬ ਜੋ ਸਦੀਵੀ ਹੈ, ਸੰਪੂਰਨ ਹੈ, ਉਹ ਅਚਾਨਕ ਆਪਣਾ ਮਨ ਕਿਉਂ ਬਦਲੇਗਾ ਅਤੇ ਇੱਕ ਪੂਰੇ ਰਾਜਵੰਸ਼ ਨੂੰ ਡਿੱਗਣ ਦੇਵੇਗਾ? ਇਸ ਇੱਕ ਸਵਾਲ ਨੇ ਚਿੰਤਨ ਦੇ ਸੈਂਕੜੇ ਸਕੂਲਾਂ ਦੇ ਯੁੱਗ ਦੀ ਸ਼ੁਰੂਆਤ ਕੀਤੀ। ਤਾਂ ਇਸ ਨਾਲ ਹੋਇਆ ਕਿ ਸਵਰਗ ਦਾ ਪੂਰਾ ਮਤਲਬ ਹੀ ਬਦਲ ਗਿਆ। ਇੱਕ ਪਾਸੇ ਸੀ ਸ਼ਾਂਗ ਰਾਜਵੰਸ਼ ਦਾ ਸਵਰਗ, ਇੱਕ ਨਿੱਜੀ ਚੁੱਪ ਰੱਬ, ਪਰ ਦੂਜੇ ਪਾਸੇ ਛਊ ਰਾਜਵੰਸ਼ ਨੇ ਇੱਕ ਨਵਾਂ ਵਿਚਾਰ ਪੇਸ਼ ਕੀਤਾ, ਸਵਰਗ ਦਾ ਆਦੇਸ਼। ਇਸ ਦਾ ਮਤਲਬ ਸੀ ਕਿ ਰਾਜ ਕਰਨ ਦਾ ਹੱਕ ਰੱਬ ਦੀ ਮਰਜ਼ੀ ਤੇ ਨਹੀਂ, ਸਗੋਂ ਸ਼ਾਸਕ ਦੀ ਆਪਣੀ ਨੇਕੀ ਅਤੇ ਨੈਤਿਕ ਜ਼ਿੰਮੇਵਾਰੀ ਤੇ ਨਿਰਭਰ ਕਰਦਾ ਹੈ। ਤਾਂ ਜਵਾਬ ਕੀ ਸੀ? ਬਹੁਤ ਹੀ ਕਮਾਲ ਦਾ ਜਵਾਬ ਹੁਣ ਅਸਮਾਨ ਵਿੱਚ ਨਹੀਂ ਸੀ, ਸਗੋਂ ਇਨਸਾਨ ਦੇ ਆਪਣੇ ਦਿਲ ਵਿੱਚ ਲੱਭਿਆ ਗਿਆ। ਨੈਤਿਕਤਾ ਦਾ ਸਰੋਤ ਬਾਹਰੋਂ ਹਟਾ ਕੇ ਇਨਸਾਨ ਦੇ ਅੰਦਰ ਹੀ ਸਥਾਪਿਤ ਕਰ ਦਿੱਤਾ ਗਿਆ। ਤਾਂ ਫਿਰ ਇਹ ਨਵੀਂ ਪ੍ਰਣਾਲੀ ਕਿਵੇਂ ਬਣੀ? ਉਹ ਕਿਹੜੀ ਚੀਜ਼ ਸੀ ਜਿਸ ਨੇ ਬ੍ਰਹਮ ਆਦੇਸ਼ ਦੀ ਥਾਂ ਲੈ ਲਈ? ਆਓ ਇਸ ਅੰਦਰੂਨੀ ਨੈਤਿਕ ਪ੍ਰਣਾਲੀ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝੀਏ। ਇਸ ਨਵੀਂ ਸੋਚ ਦੀ ਨੀਂਹ 4 ਗੁਣਾਂ ਤੇ ਰੱਖੀ ਗਈ, ਜਿਨ੍ਹਾਂ ਨੂੰ ਨੇਕੀ ਦੇ 4 ਬੀਜ ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਸੀ ਕਿ ਇਹ ਹਰ ਇਨਸਾਨ ਦੇ ਅੰਦਰ ਪਹਿਲਾਂ ਤੋਂ ਹੀ ਮੌਜੂਦ ਹੁੰਦੇ ਨੇ। ਇਹ ਹਨ ਇਨ ਯਾਨੀ ਦੂਜਿਆਂ ਲਈ ਦਇਆ, ਉਈ ਯਾਨੀ ਗਲਤ ਕੰਮ ਤੇ ਸ਼ਰਮ, ਯੇ ਯਾਨੀ ਦੂਜਿਆਂ ਲਈ ਸਤਿਕਾਰ, ਅਤੇ ਜੀ ਯਾਨੀ ਸਹੀ ਅਤੇ ਗਲਤ ਦੀ ਪਹਿਚਾਣ ਕਰਨ ਵਾਲੀ ਬੁੱਧੀ। ਤੇ ਇਹ ਸਿਰਫ ਕਿਤਾਬੀ ਗੱਲਾਂ ਨਹੀਂ ਸਨ, ਇਹ ਇੱਕ ਅਜਿਹਾ ਫਲਸਫਾ ਸੀ ਜਿਸ ਨੂੰ ਸ਼ਾਬਦਿਕ ਤੌਰ ਤੇ ਪੱਥਰਾਂ ਵਿੱਚ ਉਕੇਰਿਆ ਗਿਆ, ਇੱਕ ਪੂਰੇ ਸ਼ਹਿਰ ਦੀ ਬੁਨਿਆਦ ਵਿੱਚ। ਸਿਓਲ ਦੇ 4 ਮੁੱਖ ਦਰਵਾਜ਼ੇ ਇਸ ਦੀ ਸਭ ਤੋਂ ਵੱਡੀ ਮਿਸਾਲ ਹਨ। ਹਰ ਦਰਵਾਜ਼ੇ ਦਾ ਨਾਮ ਇਹਨਾਂ 4 ਗੁਣਾਂ ਵਿੱਚੋਂ ਇੱਕ ਦੇ ਨਾਮ ਤੇ ਰੱਖਿਆ ਗਿਆ ਹੈ। ਪੂਰਬ ਵਿੱਚ ਪਰਉਪਕਾਰ, ਪੱਛਮ ਵਿੱਚ ਧਾਰਮਿਕਤਾ, ਦੱਖਣ ਵਿੱਚ ਸ਼ਿਸ਼ਟਾਚਾਰ ਅਤੇ ਉੱਤਰ ਵਿੱਚ ਬੁੱਧੀ। ਸੋਚੋ, ਇੱਕ ਪੂਰੇ ਸ਼ਹਿਰ ਦੀ ਬਣਤਰ ਵਿੱਚ ਨੈਤਿਕਤਾ ਨੂੰ ਉਕੇਰ ਦਿੱਤਾ ਗਿਆ। ਤਾਂ ਇਹ 4 ਗੁਣ ਭਾਵੇਂ ਗੁੰਝਲਦਾਰ ਲੱਗਣ, ਪਰ ਅਸਲ ਵਿੱਚ ਇਹਨਾਂ ਨੂੰ ਹੋਰ ਵੀ ਸਰਲ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ। ਇਹਨਾਂ 4 ਨੂੰ ਅਸਲ ਵਿੱਚ 2 ਅੱਖਰਾਂ ਵਿੱਚ ਸਮੋਇਆ ਜਾ ਸਕਦਾ ਹੈ, ਯਾਂਗ ਸਿਮ ਯਾਨੀ ਸਾਡੀ ਜ਼ਮੀਰ। ਦੂਜੇ ਸ਼ਬਦਾਂ ਵਿੱਚ ਦਇਆ, ਧਾਰਮਿਕਤਾ, ਸ਼ਿਸ਼ਟਾਚਾਰ ਅਤੇ ਬੁੱਧੀ, ਇਹ ਸਭ ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਜ਼ਮੀਰ ਦੇ ਹੀ ਵੱਖ-ਵੱਖ ਪਹਿਲੂ ਹਨ। ਤੇ ਜੇ ਇਸ ਨੂੰ ਹੋਰ ਵੀ ਨਿਚੋੜੀਏ ਤਾਂ ਸਿਰਫ ਇੱਕ ਅੱਖਰ ਬਚਦਾ ਹੈ, ਦਿਉਕ ਯਾਨੀ ਨੇਕੀ। ਇਹ ਉਹ ਇੱਕ ਕੇਂਦਰੀ ਵਿਚਾਰ ਹੈ ਜਿਸ ਵਿੱਚ ਬਾਕੀ ਸਭ ਕੁਝ ਸ਼ਾਮਿਲ ਹੈ। ਤੇ ਇੱਥੋਂ ਹੀ ਨੈਤਿਕਤਾ ਸ਼ਬਦ ਦੀ ਅਸਲ ਪਰਿਭਾਸ਼ਾ ਨਿਕਲਦੀ ਹੈ, ਦੋਦਿਓਕ। ਇਹ 2 ਅੱਖਰਾਂ ਦਾ ਸੁਮੇਲ ਹੈ, ਦੋ ਜਿਸ ਦਾ ਮਤਲਬ ਹੈ ਮਾਰਗ ਜਾਂ ਰਾਹ,
ਅਤੇ ਦਿਓਕ, ਜਿਸ ਦਾ ਮਤਲਬ ਹੈ ਨੇਕੀ। ਇਸ ਲਈ ਨੈਤਿਕਤਾ ਦਾ ਅਸਲ ਮਤਲਬ ਹੈ ਨੇਕੀ ਦੇ ਰਾਹ ਤੇ ਚੱਲਣਾ। ਤਾਂ ਆਓ ਹੁਣ ਦੇਖੀਏ ਕਿ ਇਹ ਪ੍ਰਾਚੀਨ ਫਲਸਫਾ ਅੱਜ ਦੀ ਜ਼ਿੰਦਗੀ ਵਿੱਚ ਕਿਵੇਂ ਜ਼ਿੰਦਾ ਹੈ ਅਤੇ ਇਸਨੇ ਕਿਹੋ ਜਿਹੀ ਸਥਾਈ ਵਿਰਾਸਤ ਛੱਡੀ ਹੈ। ਇਸ ਮਨੁੱਖ ਕੇਂਦਰਿਤ ਸੋਚ ਦੀਆਂ ਗੂੰਜਾਂ ਸਾਨੂੰ ਅੱਜ ਵੀ ਕਈ ਥਾਵਾਂ ਤੇ ਸੁਣਾਈ ਦਿੰਦੀਆਂ ਹਨ, ਜਿਵੇਂ ਕਿ ਜੁੰਗਮਿਓ ਸਾਜਿਕ ਵਰਗੇ ਰਾਸ਼ਟਰੀ ਧਰਮ ਸਥਾਨ ਜੋ ਪੂਰਵਜਾਂ ਦਾ ਸਨਮਾਨ ਕਰਦੇ ਹਨ, ਕਿਸੇ ਦੇਵਤੇ ਦਾ ਨਹੀਂ। ਇੱਥੋਂ ਤੱਕ ਕਿ ਕੋਰੀਅਨ ਕੀਬੋਰਡ ਦਾ ਲੇਆਊਟ ਵੀ ਸਵਰਗ ਧਰਤੀ ਮਨੁੱਖ ਦੇ ਫਲਸਫੇ ਨੂੰ ਦਰਸਾਉਂਦਾ ਹੈ। ਅਤੇ ਸਭ ਤੋਂ ਜ਼ਰੂਰੀ, ਸਿੱਖਿਆ ਵਿੱਚ ਇਹ ਵਿਸ਼ਵਾਸ ਕਿ ਕੋਈ ਵੀ ਸਿੱਖਿਆ ਹਾਸਲ ਕਰਕੇ ਇੱਕ ਨੇਕ ਇਨਸਾਨ ਬਣ ਸਕਦਾ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਸਿਰਫ ਪੂਰਵੀ ਫਲਸਫੇ ਤੱਕ ਸੀਮਿਤ ਨਹੀਂ ਸੀ। ਇਸੇ ਤਰ੍ਹਾਂ ਦੀ ਗੱਲ ਪੱਛਮ ਦੇ ਇੱਕ ਮਹਾਨ ਦਾਰਸ਼ਨਿਕ ਇਮੈਨੂਅਲ ਕਾਂਤ ਨੇ ਵੀ ਕਹੀ ਸੀ। ਮੈਂ ਦੋ ਚੀਜ਼ਾਂ ਦਾ ਸਤਿਕਾਰ ਕਰਦਾ ਹਾਂ, ਇੱਕ ਮੇਰੇ ਉੱਪਰ ਤਾਰਿਆਂ ਵਾਲਾ ਅਸਮਾਨ ਔਰ ਦੂਜਾ ਮੇਰੇ ਅੰਦਰ ਦਾ ਨੈਤਿਕ ਕਾਨੂੰਨ। ਇੱਕ ਸਾਂਝੀ ਮਨੁੱਖੀ ਸੂਝ ਨੂੰ ਉਜਾਗਰ ਕਰਦਾ ਹੈ। ਪਰ ਅੰਤ ਵਿੱਚ ਆਓ ਉਸੇ ਸ਼ਖਸ ਦੀ ਗੱਲ ਸੁਣੀਏ ਜਿਸ ਨੇ ਇਸ ਪੂਰੀ ਸੋਚ ਨੂੰ ਜਨਮ ਦਿੱਤਾ, ਕਨਫਿਊਸ਼ੀਅਸ। ਦੇਖੀਏ ਕਿ ਉਹਨਾਂ ਦਾ ਇੱਕ ਚੁੱਪ ਸਵਰਗ ਬਾਰੇ ਕੀ ਕਹਿਣਾ ਸੀ। ਕਨਫਿਊਸ਼ੀਅਸ ਨੇ ਕਿਹਾ ਕਿ ਸਵਰਗ ਬੋਲਦਾ ਹੈ, ਬਸੰਤ, ਗਰਮੀ, ਪਤਝੜ ਅਤੇ ਸਰਦੀ ਸਭ ਲੰਘ ਜਾਂਦੇ ਨੇ, ਪਰ ਕੀ ਸਵਰਗ ਕਦੇ ਬੋਲਦਾ ਹੈ? ਜਿਹੜੇ ਲੋਕ ਦਾਅਵਾ ਕਰਦੇ ਹਨ ਕਿ ਸਵਰਗ ਬੋਲਦਾ ਹੈ, ਉਹ ਸਾਰੇ ਪਖੰਡੀ ਅਤੇ ਧੋਖੇਬਾਜ਼ ਹਨ। ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਬਿਆਨ ਹੈ ਜੋ ਸਿੱਧੇ ਤੌਰ ਤੇ ਮਨੁੱਖ ਕੇਂਦਰਿਤ ਨੈਤਿਕਤਾ ਦੇ ਵਿਚਾਰ ਨੂੰ ਪੱਕਾ ਕਰਦਾ ਹੈ। ਇਸ ਲਈ ਇਹ ਸਾਰੀ ਗੱਲਬਾਤ ਸਾਨੂੰ ਇੱਕ ਆਖਰੀ ਸਵਾਲ ਤੇ ਲਿਆ ਕੇ ਛੱਡਦੀ ਹੈ। ਇੱਕ ਸਵਾਲ ਜੋ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ। ਕੀ ਅਸੀਂ ਉਸ ਤਾਰੇ ਦੇ ਮਗਰ ਚੱਲ ਰਹੇ ਹਾਂ ਜੋ ਸਾਡੇ ਆਪਣੇ ਦਿਲ ਦੇ ਅੰਦਰ ਚਮਕਦਾ ਹੈ?